तिसवे जंतु पाए कै देखे थाप थाप, किसनु कहिए नाम का। सब किछ आपे आप, सब किछ आपे आप, पौड़ी बड़कियां बड़ियाइयां। किछ कहना कहना न जाए, सो करता कादर करीम। रे जिया रिच संभाए, साहिकार कमावणी। दुर छोड़ी तिन्ने पाए, नानक की बारी। और दूजी नाई जाए, सो करे रे सर जाए रजाए रजाए शुद्ध। वाहिगुरु जी का खालसा, वाहिगुरु जी की फतेह फतेह। वाहिगुरु जी का खालसा, वाहिगुरु जी की फतेह, वाहिगुरु जी की फतेह, वाहिगुरु जी की फतेह। वाहिगुरु जी का खालसा, वाहिगुरु जी की फतेह। पौड़े वड्डे कियां वड्याइयां, किछ कहना कहन ना जा। सो करता कादर करीम, दे जियां रिज़्क संवार। साई कार कमावणी, तुर छोड़ी तिल पाय। नानक की बारी, और दूजी नाही जाय। सो करे जित सैर जाय, सो करे जित सैर जाय। सुध ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਹੁਣ ਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਡਹੰਸ ਮਹੱਲਾ ਪੰਜਵਾਂ। ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਿਉ ਕਿਉ ਪਾਈ ਗੁਰ ਪੂਰੇ। ਜੇ ਸੌ ਖੇਲ ਖਿਲਾਈਐ, ਬਾਲਕ ਰਹਿ ਨਾ ਸਕੈ ਬਿਨ ਖੀਰੇ। ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉ ਮਨ ਧੀਰੇ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖ ਦਾਤਾ। ਓ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ। ਹਾਂ ਇਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜੋ ਚਾਤ੍ਰਿਕ ਜਲ ਕੋ ਬਿਲ ਲਾਤਾ। ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੀਤਾ। ਹਉ ਭਈ ਉਡੀਣੀ ਕੰਤ ਕੋ ਅਮਾਲੀ, ਸੋ ਪਿਰ ਕਦ ਨੈਣੀ ਦੇਖਾਂ। ਸਭ ਰਸ ਭੋਗਣ ਵਿਸਰੇ, ਬਿਨ ਪਿਰ ਕਿਤੈ ਨ ਲੇਖਾ। ਏ ਕਾਪੜ ਤਨ ਨਾ ਸੁਖਾਵੇ, ਕਰ ਨਾ ਸਕਾਉ ਹਉ ਵਿਸਾਂ। ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੈ ਹਮ ਆਦੇਸਾ। ਮੈਂ ਸਭ ਸ਼ਿਗਾਰ ਬਣਾਇਆ ਅਮਾਲੀ, ਬਿਨ ਬਿਰ ਕਾਮ ਨ ਆਏ। ਜਾ ਸੈਂ ਬਾਤ ਨ ਪੁੱਛਿਆ ਮਾਲੀ, ਤਾਂ ਵਿਰਥਾ ਜੋਵਨ ਸਭ ਜਾਏ। ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸਹੁ ਰਹਿਆ ਸਮਾਏ। ਹਉ ਬਾਰਿਆ ਤਿਨ ਸੁਹਾਗਣੀ ਅਮਾਲੀ, ਤਿਨ ਕੇ ਧੋਵਾਂ ਸਦ ਪਾਏ। ਜਿਚਰ ਦੂਜਾ ਭਰਮ ਸਾ ਅਮਾਲੀ,
ਤਿਚਰ ਮੈਂ ਜਾਣਿਆ ਪ੍ਰਭ ਦੂਰੇ, ਜਾ ਮਿਲਿਆ ਪੂਰਾ ਸਤਿਗੁਰੂ ਹਮਾਲੀ। ਤਾਂ ਆਸਾ ਮਨਸਾ ਸਭ ਪੂਰੇ, ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ। ਫਿਰ ਸਰਬ ਰਹਿਆ ਭਰਪੂਰੇ, ਜਿਨ ਨਾਨਕ ਹਰ ਰੰਗ ਮਾਣਿਆ ਅਮਾਲੀ। ਗੁਰ ਸਤਿਗੁਰ ਕਹਿ ਲਾਗੂ ਪੈਰੇ, ਜਿਨ ਨਾਨਕ ਹਰ ਰੰਗ ਮਾਣਿਆ ਅਮਾਲੀ। ਗੁਰ ਸਤਿਗੁਰ ਕਹਿ ਲਾਗੂ ਪੈਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰੂ ਜੀ ਨੇ ਬੜੀ ਮਿਹਰ ਕਿਰਪਾ ਕੀਤੀ। ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਅਤੇ ਲੜੀਵਾਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕਰਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਡਭਾਗਾ ਸਮਾਂ ਬਖਸ਼ਿਆ। ਆਓ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਵਡਹੰਸ ਮਹੱਲਾ ਪੰਜਵਾਂ ਘਰ ਦੂਜਾ। ਵਡਹੰਸ ਰਾਗ ਦੇ ਵਿੱਚ ਸ਼ਬਦ ਹੈ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਘਰ ਦੂਜਾ ਦੂਸਰੇ ਘਰ ਵਿੱਚ। ਸੋ ਘਰ ਤੋਂ ਭਾਵ ਦਾ ਤਾਲ ਮਾਤਰਾ। ਸੋ ਇਹ ਦੂਸਰੇ ਤਾਲ ਵਿੱਚ ਦੂਜੇ ਤਾਲ ਵਿੱਚ ਦੋ ਮਾਤਰਾ ਦੇ ਵਿੱਚ ਜਦੋਂ ਇਹਨੂੰ ਗਾਇਨ ਕਰਨਾ ਜੀ। ਪਹਿਲੋਂ ਬੀਜ ਮੰਤਰ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ, ਉਹ ਪ੍ਰਕਾਸ਼ਕ ਹੈ, ਇੱਕ ਰਸ ਹੈ, ਉਹ ਸਤ ਰੂਪ ਹੈ ਅਤੇ ਗਿਆਨ ਦੁਆਰਾ ਉਸ ਦੀ ਪ੍ਰਾਪਤੀ ਹੈ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਿਉ ਕਿਉ ਪਾਈ ਗੁਰ ਪੂਰੇ। ਪੂਰੇ ਗੁਰੂ ਦੇ ਨਾਲ ਮੇਰਾ ਮੇਲ ਹੋ ਜਾਵੇ। ਲੋਚਾ ਬੜੀ ਚਾਹਤ ਹੈ, ਅਤੇ ਮੈਂ ਕਿੱਦਾਂ ਪੂਰੇ ਗੁਰੂ ਦੇ ਨਾਲ ਮਿਲ ਸਕਾਂ। ਜੇ ਸੌ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਜਿਹੜਾ ਬੱਚਾ ਮਾਤਾ ਦਾ ਦੁੱਧ ਪੀਂਦਾ ਹੈ, ਖੀਰ ਹੈ, ਦੁੱਧ ਨੂੰ ਕਹਿ ਦਿੱਤਾ ਨਾ। ਸੋ ਜਦੋਂ ਉਹਨੂੰ ਭੁੱਖ ਲੱਗਦੀ ਹੈ ਬੱਚੇ ਨੂੰ, ਅਤੇ ਉਹਨੂੰ ਜੋ ਮਰਜ਼ੀ ਤੁਸੀਂ ਖਿਡਾ ਲਓ, ਖਿਡੌਣੇ ਦੇ ਦਿਓ, ਚੁੱਕ ਲਓ, ਅਤੇ ਜੇ ਉਹ ਮਰਜ਼ੀ ਉਹ ਨਾ ਕਰੀ ਜਾਓ, ਉਹ ਰਹਿ ਨਹੀਂ ਸਕਦਾ। ਜਦੋਂ ਉਹਨੂੰ ਭੁੱਖ ਲੱਗ ਗਈ, ਉਹਨੂੰ ਤਾਂ ਮਾਤਾ ਦਾ ਦੁੱਧ ਮਿਲਣਾ ਹੈ, ਅਤੇ ਫਿਰ ਹੀ ਉਹਨੂੰ ਚੈਨ ਆਉਣੀ ਹੈ। ਕਹਿੰਦੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮੈਂ ਨੀਰੇ। ਹੁਣ ਇਹ ਅਮਾਲੀ ਸਤਸੰਗੀਆਂ ਨੂੰ ਕਿਹਾ ਜਾਂਦਾ। ਜਿਹੜੇ ਨਾਲ ਦੇ ਹੁੰਦੇ ਨਾ ਸਤਸੰਗ ਕਰਨੇ ਵਾਲੇ, ਉਹਨਾਂ ਨੂੰ ਅਮਾਲੀ ਕਿਹਾ ਜਾਂਦਾ। ਹੇ ਮੇਰੇ ਸਾਥੀਓ, ਮੇਰੇ ਸਤਸੰਗੀ ਜਨੋ, ਮੇਰੇ ਅੰਦਰ ਹੁਣ ਨਾਮ ਦੀ ਭੁੱਖ ਹੈ। ਅਤੇ ਜੇ ਸੌ ਭੋਜਨ ਮੈਂ ਨੀਰੇ, ਜਿੱਦਾਂ ਦੇ ਮਰਜ਼ੀ ਪਦਾਰਥ ਮੈਨੂੰ ਪਰੋਸ। ਨੀਰੇ ਦਾ ਅਰਥ ਹੁੰਦਾ ਪਰੋਸ ਦੇਣਾ। ਵੀ ਜਿੱਦਾਂ ਦੇ ਮਰਜ਼ੀ ਛਕਣ ਵਾਲੇ ਪਦਾਰਥ ਜਿਹੜੇ ਤੁਸੀਂ ਮੈਨੂੰ ਪਰੋਸ ਕੇ ਦੇ ਦਿਓ, ਅਤੇ ਮੇਰੀ ਭੁੱਖ ਤਾਂ ਨਹੀਂ ਲੈਣੀ, ਕਿਉਂਕਿ ਮੇਰੇ ਅੰਦਰ ਭੁੱਖ ਤਾਂ ਹੁਣ ਨਾਮ ਦੀ ਲੱਗ ਗਈ ਹੈ। ਮੇਰਾ ਮਨ ਤਨ ਪ੍ਰੇਮ ਪਿਰਮ ਕਉ, ਬਿਨ ਦਰਸ਼ਨ ਕਿਉ ਮਨ ਧੀਰੇ। ਮੇਰੇ ਅੰਦਰ ਨਾ ਪਰਮਾਤਮਾ ਦੇ ਵਾਸਤੇ ਪਿਆਰ ਜਿਹੜਾ ਆ ਉਹ ਜਾਗਿਆ ਹੋਇਆ। ਅਤੇ ਹੁਣ ਤਾਂ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ, ਉਨਾ ਚਿਰ ਮੇਰੇ ਮਨ ਨੂੰ ਧੀਰਜ ਨਹੀਂ ਆਉਣਾ ਜੀ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖ ਦਾਤਾ। ਹੇ ਮੇਰੇ ਸੱਜਣੋ, ਮੇਰੇ ਸਾਥੀਓ, ਜਿਹੜਾ ਮੇਰਾ ਮਿੱਤਰ ਹੈ, ਸੁੱਖ ਦੇਣੇ ਵਾਲਾ ਗੁਰੂ ਮਿੱਤਰ ਹੈ, ਗੁਰੂ ਸੁੱਖ ਦਿੰਦਾ ਹੈ। ਅਤੇ ਗੁਰੂ ਦੇ ਨਾਲ ਮੇਰਾ ਮੇਲ ਕਰਾ ਦਿਓ। ਓ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ। ਹੁਣ ਹਰ ਦੀਆਂ ਗੱਲਾਂ ਤਾਂ ਗੁਰੂ ਨੂੰ ਹੀ ਆਉਂਦੀਆਂ ਨਾ। ਅਤੇ ਜਿਹੜੀ ਜੀ ਦੀ ਬੇਦਨ ਹੈ, ਤੜਫ ਹੈ, ਅਤੇ ਜੋ ਦਰਦ ਹੈ ਮੇਰੇ ਅੰਦਰਲਾ, ਉਹ ਗੁਰੂ ਜਾਣਦਾ। ਸੋ ਮੇਰਾ
ਜਿਹੜਾ ਮੇਲ ਹੈ ਗੁਰੂ ਦੇ ਨਾਲ ਹੋ ਜਾਵੇ ਤੇ ਗੁਰੂ ਨੂੰ ਹਰ ਦੀਆਂ ਬਾਤਾਂ ਆਉਣੀਆਂ। ਗੁਰੂ ਨੂੰ ਰੱਬ ਦੇ ਘਰ ਦੀ ਗੱਲ ਦਾ ਪਤਾ ਹੈ ਤੇ ਗੁਰੂ ਹੀ ਮੈਨੂੰ ਹਰ ਦੀਆਂ ਬਾਤਾਂ ਸੁਣਾ ਸਕਦਾ। ਇਸ ਕਰਕੇ ਮੇਰਾ ਮੇਲ ਜਿਹੜਾ ਆ ਉਹ ਗੁਰੂ ਦੇ ਨਾਲ ਕਰਾ ਦਿਓ। ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜਿਉਂ ਚਾਤਰਕ ਜਲ ਕਉ ਬਿਲ ਲਾਤਾ। ਚਾਤਰਕ ਬਬੀਹੇ ਨੂੰ ਕਹਿੰਦੇ ਨੇ। ਜਦੋਂ ਜਿੱਦਾਂ ਬਬੀਹਾ ਜਿਹੜਾ ਬਿਲਕਦਾ ਬੂੰਦ ਵਾਸਤੇ, ਏਕ ਬੂੰਦ ਜਲ ਕਾਰਣੇ ਚਾਤਰਿਕ ਦੁੱਖ ਪਾਵੈ। ਬਿਲਕਦੀ ਜਾਂਦਾ ਬਿਲਕੀ ਜਾਂਦਾ, ਜਿੰਨਾ ਚਿਕਰ ਉਹ ਬੂੰਦ ਉਹਦੇ ਮੁੱਖ ਵਿੱਚ ਨਹੀਂ ਆ ਜਾਂਦੀ ਨਾ, ਆਕਾਸ਼ 'ਚੋਂ ਆਈ ਹੋਈ ਬੂੰਦ ਨਿਰਮਲ ਬੂੰਦ, ਉਹਦੇ ਵਾਸਤੇ ਉਹੀ ਨਿਰਮਲ ਜਿਹੜੀ ਉਹਦੇ ਮੂੰਹ 'ਚ ਆ ਗਈ, ਉਹਦੇ ਨਾਲ ਉਹਨੂੰ ਜੀ ਦਾਨ ਮਿਲਦਾ। ਉਹਨਾਂ ਚਿਕਰ ਉਹ ਪ੍ਰਿਓ ਪ੍ਰਿਓ ਕਰੀ ਜਾਂਦਾ, ਬਿਲਕੀ ਜਾਂਦਾ ਬਿਲਕੀ ਜਾਂਦਾ। ਠੀਕ ਇਸੇ ਤਰ੍ਹਾਂ ਜਿੰਨਾ ਚਿਕਰ ਮੈਨੂੰ ਗੁਰੂ ਦੁਆਰਾ ਨਾਮ ਨਹੀਂ ਮਿਲ ਜਾਂਦਾ ਤੇ ਮੇਰਾ ਬਿਲਕਣਾ ਬੰਦ ਨਹੀਂ ਹੋਣਾ। ਇੰਨੀ ਮੇਰੇ ਅੰਦਰ ਹੁਣ ਜਿਹੜੀ ਖਿੱਚ ਹੈ ਸੋ ਉਹ ਲੱਗ ਗਈ ਹੈ। ਹਾਂ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ। ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਚੇਤੇ ਕਰਾਂ, ਜਿਹੜੇ ਮੇਰੇ ਵਰਗੇ ਨਿਰਗੁਣ ਨੇ, ਜਿਨ੍ਹਾਂ ਦੇ ਵਿੱਚ ਕੋਈ ਗੁਣ ਹੀ ਨਹੀਂ ਹੈ, ਤੂੰ ਤਾਂ ਉਹਨਾਂ ਨੂੰ ਵੀ ਰੱਖ ਲੈਂਦਾ। ਇਸ ਕਰਕੇ ਸੋ ਕਿੰਨੇ ਕੁ ਗੁਣਾਂ ਦਾ ਤੂੰ ਮਾਲਕ ਹੈ, ਕਿਹੜੇ ਕਿਹੜੇ ਗੁਣਾਂ ਦਾ ਮੈਂ ਵਿਖਿਆਨ ਕਰਕੇ ਦੱਸਾਂ, ਆਖਾਂ ਕਿਹੜੇ ਗੁਣ ਕਹਿ ਕੇ, ਕਿਹੜੇ ਕਿਹੜੇ ਗੁਣ ਕਹਿ ਕੇ ਮੈਂ ਤੇਰੀ ਸਿਫਤ ਸਲਾਹ ਕਰਾਂ। ਹਾਂ ਭਈ ਉਡੀਣੀ ਕੰਤ ਕਉ ਅਮਾਲੀ, ਸੋ ਫਿਰ ਕਦ ਨੈਣੀ ਦੇਖਾ। ਹੇ ਮੇਰੇ ਸਤ ਸੰਗੀ ਜਨੋ, ਮੇਰੇ ਅੰਦਰ ਹੁਣ ਕੰਤ ਪਤੀ ਪਰਮਾਤਮਾ ਵਾਸਤੇ ਬੜੀ ਹੀ ਖਿੱਚ ਉਡੀਣੀ ਉਡੀਕ ਹੈ। ਉਹ ਕਦੋਂ ਦਿਨ ਭਾਗਾਂ ਵਾਲਾ ਆਵੇ ਜਦੋਂ ਮੈਂ ਆਪਣੇ ਨੇਤਰਾਂ ਦੇ ਨਾਲ ਕੰਤ ਪਤੀ ਪਰਮਾਤਮਾ ਦੇ ਦਰਸ਼ਨ ਦੀਦਾਰ ਕਰ ਲਵਾਂ। ਉਹ ਕਦੋਂ ਦਿਨ ਆਵੇ ਕਹਿੰਦੇ। ਸਭ ਰਸ ਭੋਗਣ ਵਿਸਰੇ, ਬਿਨ ਪਿਰ ਕਿਤੈ ਨ ਲੇਖਾ। ਬਾਕੀ ਦੁਨੀਆ ਦੇ ਜਿਹੜੇ ਪਦਾਰਥ ਨੇ, ਚਾਹੇ ਉਹ ਕੱਪੜੇ ਨੇ, ਚਾਹੇ ਖਾਣ ਪੀਣ ਵਾਲੇ ਨੇ ਪਦਾਰਥ, ਚਾਹੇ ਗਹਿਣਾ ਗੱਟਾ ਆ, ਚਾਹੇ ਇੱਜ਼ਤ ਮਾਣ, ਜਿਹ 'ਚੋਂ ਬੰਦਾ ਰਸ ਲੈਂਦਾ। ਜਿਹੜੀ ਇੱਜ਼ਤ ਮਾਣ ਹੈ ਨਾ, ਮਾਣ ਵਿੱਚ ਵੀ ਬੰਦਾ ਬੜਾ ਰਸ ਲੈਂਦਾ, ਅਤੇ ਪਰ ਹੈਗਾ ਰਸ ਬਹੁਤ ਮਾੜਾ। ਸੋ ਇਹ ਜਿੰਨੇ ਵੀ ਰਸਦਾਇਕ ਪਦਾਰਥ ਨੇ, ਜਿਨ੍ਹਾਂ 'ਚੋਂ ਇਹ ਆਨੰਦ ਲੈਂਦਾ, ਜਿਹੜੇ ਨੂੰ ਚੰਗੇ ਲੱਗਦੇ ਨੇ, ਮਹਾਰਾਜ ਜੀ ਕਹਿੰਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਤੋਂ ਇਹ ਕਿਤੇ ਵੀ ਲੇਖੇ ਵਿੱਚ ਨਹੀਂ ਹੁੰਦੇ। ਭਾਵ ਕਿਸੇ ਅਰਥ ਨਹੀਂ ਹੈ ਜੇ ਰੱਬ ਨਹੀਂ ਮਿਲਿਆ ਤਾਂ। ਇਹ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕਾਉ ਹਰ ਵੇਸਾਂ। ਜਿਹੜੇ ਇਹ ਕੱਪੜੇ ਨੇ ਹੈ ਨਾ, ਜਿਹੜੇ ਮੈਂ ਕੱਪੜੇ ਪਾਉਣਾ, ਇਹ ਸਿਖਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਭਾਵ ਇਹ ਕਾਪੜ ਤਨ ਭਈ ਇਹ ਜਿਹੜਾ ਮੇਰਾ ਸਰੀਰ ਰੂਪ ਕੱਪੜਾ ਆ, ਇਹ ਹੁਣ ਸੁੱਖ ਨਹੀਂ ਦੇ ਰਿਹਾ। ਸੁੱਖ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਕੰਤ ਦੇ ਨਾਲ ਮੇਲ ਨਹੀਂ ਹੋਇਆ। ਅਤੇ ਹੁਣ ਮੈਂ ਆਪਣੇ ਇਸ ਸਰੀਰ ਰੂਪ ਕੱਪੜਾ ਜਿਹੜਾ ਤਨ ਤੂੰ ਦਿੱਤਾ ਹੋਇਆ, ਸੋ ਮੈਂ ਹੁਣ ਇਹਦੇ 'ਤੇ ਕਿਹੜਾ ਵੇਸ਼ ਕਰਾਂ। ਅਤੇ ਮੈਨੂੰ ਵੇਸ਼ ਕਰਨਾ ਵੀ ਨਹੀਂ ਆਉਂਦਾ, ਇਹਨੂੰ ਸਜਾਉਣਾ ਨਹੀਂ ਆਉਂਦਾ, ਜਿਹਦੇ ਨਾਲ ਮੇਰਾ ਤਨ ਜਿਹੜਾ ਆ ਉਹਨੂੰ ਭਾ ਜਾਵੇ। ਅਤੇ ਮੈਨੂੰ ਇਹ ਤਨ ਸਜਾਉਣਾ ਨਹੀਂ ਆਉਂਦਾ ਜੀ। ਜਿਨੀ ਸਖੀ ਲਾਲ ਰਾਵਿਆਂ ਪਿਆਰਾ, ਤਿਨ ਆਗੇ ਹਮ ਆਦੇਸ਼ਾਂ। ਜਿਨ੍ਹਾਂ ਸੰਤਾਂ ਭਗਤਾਂ ਨੇ ਪਰਮਾਤਮਾ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ, ਰਾਵਿਆ, ਭੋਗਿਆ, ਵੀ ਮੈਂ ਉਹਨਾਂ ਦੇ ਅੱਗੇ ਆਦੇਸ਼ ਕਰਦਾ, ਆਦੇਸ਼ ਨਮਸਕਾਰ ਕਰਦਾ ਵੀ ਕਿਰਪਾ ਕਰਕੇ ਮੈਨੂੰ ਵੀ ਇਹ ਢੰਗ ਤਰੀਕਾ ਦੱਸ ਦਿਓ ਜਿਹਦੇ ਨਾਲ ਪਰਮਾਤਮਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ ਹੈ। ਮੈਂ ਸਭ ਸ਼ਿੰਗਾਰ ਬਣਾਇਆ ਅੰਬਾਲੀ, ਬਿਨ ਪਿਰ ਕਾਮ ਨ ਆਏ। ਅਗਰ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਪਤੀ ਦੀ ਪ੍ਰਾਪਤੀ ਨਹੀਂ ਹੋਈ, ਤਾਂ ਕੀਤਾ ਹੋਇਆ ਤਨ ਦੇ ਉੱਤੇ ਸਾਰਾ ਸ਼ਿੰਗਾਰ ਕਿਸੇ ਅਰਥ ਨਹੀਂ ਰਹਿੰਦਾ। ਸੋ ਸ਼ਿੰਗਾਰ ਤੋਂ ਭਾਵ ਹੈ ਕੀਤਾ ਹੋਇਆ ਜਪ ਤਪ ਸੰਜਮ। ਕਿਸੇ ਅਰਥ ਹੈ, ਕਿਸੇ ਅਰਥ ਹੈ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿਸ ਅਰਥ ਹੈ
ਸ਼ਿੰਗਾਰ ਤਾਂ ਮੈਂ ਬੜਾ ਕੀਤਾ, ਜਪ ਤਪ ਤਾਂ ਬੜਾ ਕੀਤਾ, ਪਰ ਤੇਰੀ ਪ੍ਰਾਪਤੀ ਨਹੀਂ ਹੋਈ। ਇਸ ਕਰਕੇ ਕੀਤਾ ਹੋਇਆ ਜਪ ਤਪ ਉਹ ਕਿਸ ਕੰਮ ਹੈ। ਜਾਸੈ ਬਾਤ ਨਾ ਪੁੱਛੀਆਂ ਅਮਾਲੀ, ਤਾਂ ਬਿਰਥਾ ਜੋਵਨ ਸਭ ਜਾਏ। ਜੇ ਪ੍ਰਮਾਤਮਾ ਪਰਮੇਸ਼ਰ ਨੇ ਸਹਿ ਰੱਬ ਨੂੰ ਕਹਿ ਦਿੱਤਾ ਬਾਤ ਨਾ ਪੁੱਛੀ, ਮੇਰੀ ਬਾਤ ਹੀ ਨਹੀਂ ਪੁੱਛੀ, ਜੇ ਉਹ ਮੇਰੇ ਤੇ ਪ੍ਰਸੰਨ ਹੀ ਨਾ ਹੋਇਆ, ਹੇ ਅਮਾਲੀ, ਹੇ ਮੇਰੇ ਸਤ ਸੰਗੀ ਜਨੋ, ਤੇ ਉਹਦੇ ਤੋਂ ਬਿਨਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਤੇ ਮੇਰੀ ਜਵਾਨੀ ਸਾਰੀ ਬੇਅਰਥ ਚਲੀ ਗਈ, ਸਾਰਾ ਮਨੁੱਖਾ ਜਨਮ ਹੀ ਬੇਅਰਥ ਚਲਾ ਗਿਆ। ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸੋ ਰਹਿਆ ਸਮਾਏ। ਉਹ ਸੰਤ, ਉਹ ਭਗਤ ਭਾਗਾਂ ਵਾਲੇ ਨੇ, ਧਨ ਨੇ, ਧਨਤਾ ਦੇ ਯੋਗ ਨੇ, ਸੋ ਜਿਹੜੇ ਕਿ ਪਰਮਾਤਮਾ ਪਰਮੇਸ਼ਰ ਦੇ ਵਿੱਚ ਸਮਾਏ ਰਹਿੰਦੇ ਨੇ। ਸਮਾਉਣ ਤੋਂ ਭਾਵ ਹੈ ਹਰ ਵਕਤ ਜਿਨ੍ਹਾਂ ਦੇ ਅੰਦਰ ਰੱਬ ਦੀ ਯਾਦ ਚੱਲਦੀ ਹੈ, ਜਾਂ ਬਾਣੀ ਪੜ੍ਹਦੇ ਰਹਿੰਦੇ ਨੇ, ਜਾਂ ਵਾਹਿਗੁਰੂ ਦਾ ਸਿਮਰਨ ਚੱਲਦਾ, ਜਾਂ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਜਾਂ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਤਸੰਗੀਆਂ ਦੇ ਨਾਲ ਬੈਠ ਕੇ ਕਰਦੇ ਨੇ। ਸੋ ਕੁਝ ਨਾ ਕੁਝ ਸੋ ਰੱਬ ਦੇ ਸੰਬੰਧ ਵਿੱਚ ਚੱਲੀ ਜਾਂਦਾ ਹੈ। ਉਹਨਾਂ ਦੀ ਗੱਲ ਕਰਦੇ ਨੇ, ਕਹਿੰਦੇ ਉਹ ਸੁਹਾਗਣੀਆਂ ਧਨ ਨੇ, ਜਿਹੜੇ ਕਿ ਪਰਮਾਤਮਾ ਪਰਮੇਸ਼ਰ ਦੀ ਉਸਤਤ ਦੇ ਵਿੱਚ ਸਮਾਈਆਂ ਰਹਿੰਦੀਆਂ। ਹਉ ਵਾਰਿਆ ਤਿਨ ਸੁਹਾਗਣੀ ਅਮਾਲੀ, ਤਿਨ ਕੇ ਧੋਵਾਂ ਸਦ ਪਾਏ। ਅਮਾਲੀ, ਹੇ ਮੇਰੇ ਸਤ ਸੰਗੀ ਜਨੋ, ਮੈਂ ਉਹਨਾਂ ਸੰਤਾਂ ਭਗਤਾਂ ਤੋਂ ਬਾਰਨੇ ਬਲਿਹਾਰਨੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਰਸ ਨੂੰ ਮਾਣਿਆ, ਜੋ ਪਰਮਾਤਮਾ ਦੇ ਵਿੱਚ ਸਮਾ ਗਏ। ਮੈਂ ਤਾਂ ਉਹਨਾਂ ਦੇ ਫਿਰ ਪੈਰ ਧੋਣਾ, ਤਿਨ ਕੇ ਸਦ ਧੋਵਾਂ ਪਾਏ। ਪਾਵ ਮਲੋਵਾ ਮਲ ਮਲ ਧੋਵਾ, ਫਿਰ ਪੈਰਾਂ ਨੂੰ ਧੋਣਾ, ਮਲ ਮਲ ਕੇ ਧੋਣਾ। ਫਿਰ ਮੈਨੂੰ ਵੀ ਕਿਤੇ ਉਹ ਰਾਹ ਦੱਸ ਦਿਓ, ਜਿੱਦਾਂ ਤੁਸੀਂ ਪਾਇਆ, ਅਤੇ ਮੈਨੂੰ ਵੀ ਉਹ ਢੰਗ ਤਰੀਕਾ ਸਿਖਾ ਦਿਓ। ਪਾਵ ਮਲੋਵਾ ਮਲ ਮਲ ਧੋਵਾ, ਸੋ ਭਾਵ ਹੁੰਦਾ ਕਿ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕਰਨੀ, ਹੁਕਮ ਮੰਨ ਕੇ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕਰਨੀ। ਅਤੇ ਜਿਹੜਾ ਸੇਵਕ ਹੁੰਦਾ ਨਾ, ਸੇਵਕ ਅਗਰ ਜੇ ਹਉਮੈ ਕਰਦਾ ਤਾਂ ਹਉਮੈ ਦੇ ਵਿੱਚ ਸੇਵਾ ਨਹੀਂ ਹੁੰਦੀ ਹੈ। ਸੇਵਾ ਤਾਂ ਸਤ ਬਚਨ ਕਰਕੇ ਹੁੰਦੀ ਹੈ। ਭੁੱਲ ਗਏ ਜੀ, ਭਲਾ ਜੀ, ਭਾਣਾ ਜੀ, ਇਹ ਤਿੰਨ ਭੱਬੇ ਪੜ੍ਹਨੇ ਪੈਂਦੇ ਆ। ਗਲਤੀ ਮੇਰੀ ਹੈ, ਹਾਂਜੀ, ਅਤੇ ਜੇ ਕੋਈ ਨੁਕਸਾਨ ਵੀ ਹੋ ਗਿਆ, ਸੱਚੇ ਪਾਤਸ਼ਾਹ ਤੇਰਾ ਭਾਣਾ ਜੀ, ਅਤੇ ਜੋ ਤੂੰ ਕਰ ਦਿੱਤਾ ਉਹ ਭਲਾ ਜੀ, ਉਹ 'ਚ ਕਿੰਤੂ ਪ੍ਰੰਤੀ ਕੋਈ ਨਹੀਂ। ਇਹ ਨਹੀਂ ਮੈਂ ਕਹਿ ਸਕਦਾ ਵੀ ਰੱਬਾ ਤੂੰ ਇਹ ਠੀਕ ਨਹੀਂ ਕੀਤਾ, ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਬਲਕਿ ਜਿਹੜੇ ਸੇਵਕ ਹੁੰਦੇ ਨੇ ਉਹ ਤਾਂ ਕਿਸੇ ਸੰਗੀ ਸਾਥੀ, ਕਿਸੇ ਨਾਲ ਦੇ ਨੂੰ ਵੀ ਇਹ ਨਹੀਂ ਕਹਿੰਦੇ ਵੀ ਤੂੰ ਮੇਰੇ ਨਾਲ ਮਾੜਾ ਕੀਤਾ, ਕਿਸੇ 'ਚ ਨੁਕਸ ਨਹੀਂ ਕੱਢਦੇ। ਸੇਵਕ ਨੇ ਜਦੋਂ ਗਲਤੀ ਵੇਖਣੀ ਹੈ, ਆਪਣੇ 'ਚ ਵੇਖਣੀ ਹੈ। ਜਦੋਂ ਗੁਣ ਵੇਖਣਾ ਤਾਂ ਦੂਜੇ 'ਚ ਵੇਖਣਾ। ਜੇ ਆਪਣੇ 'ਚ ਗੁਣ ਵੇਖ ਲਿਆ ਹੈ ਨਾ, ਫਿਰ ਹਉਮੈ ਨੇ ਸਾਹਮਣੇ ਆ ਜਾਣਾ। ਹਉਮੈ ਨੇ ਸਰੀਰ 'ਤੇ ਕਬਜ਼ਾ ਕਰ ਲੈਣਾ, ਫਿਰ ਹਉਮੈ 'ਚੋਂ ਨਿਕਲਣਾ ਫਿਰ ਔਖਾ ਹੋ ਜਾਂਦਾ। ਇਸ ਕਰਕੇ ਆਪਣੇ ਗੁਣ ਵੇਖਦੇ ਹੀ ਨਹੀਂ ਰੱਬ ਦੇ ਪਿਆਰੇ। ਗੁਣ ਦੇਖਣੇ ਆ ਦੂਸਰੇ ਦੇ, ਆਪਣੇ ਅੰਦਰ ਝਾਤੀ ਮਾਰਨੀ, ਆਪਣੇ ਆਪ ਗੁਣੇ ਦੇਖਣੇ ਬਸ। ਫਿਰ ਅਵਗੁਣੇ ਦਿਸਣੇ, ਫਿਰ ਕਹੂਗਾ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਨ ਦੂਰ ਤੇ ਆਈ। ਫਿਰ ਤਦੇ ਹੀ ਕਹੂਗਾ ਨਾ। ਜੇ ਗੁਣ ਦੇਖ ਲਿਆ ਫਿਰ ਤਾਂ ਭਾਈ ਹੰਕਾਰ ਆ ਜੂ, ਫਿਰ ਤਾਂ ਹੰਕਾਰ ਆ ਜੂਗਾ। ਸੋ ਇਸ ਕਰਕੇ ਸੇਵਾਦਾਰ ਜਿਹੜਾ ਆ, ਰੱਬ ਦੇ ਪਿਆਰਿਆਂ ਦੇ ਅੱਗੇ ਨਿਮਰਤਾ ਦੇ ਵਿੱਚ ਆ ਕੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਜੀ। ਜੇਚਰ ਦੂਜਾ ਭਰਮ ਸਾ ਅਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਹੇ ਅਮਾਲੀ, ਮੇਰੇ ਭਰਾਵੋ, ਮੇਰੇ ਸਤ ਸੰਗੀ ਜਨੋ, ਜਿੰਨਾ ਚਿਕਰ ਮੇਰੇ ਅੰਦਰ ਦੂਜਾ ਭਰਮ ਸੀ, ਭਰਮ ਨੂੰ ਹੀ ਦੂਜਾ ਕਹਿ ਦਿੰਦਾ, ਦੂਜਾ ਭਰਮ ਰੱਬ ਦੇ ਨਾਲੋਂ ਜਿਹੜਾ ਮੇਰੀ ਦੂਰੀ ਵਧਾ ਦੇਵੇ, ਉਹ ਭਰਮ ਹੋ ਗਿਆ, ਉਹ ਭਰਮ ਹੋ ਗਿਆ। ਸੋ ਜਿੰਨਾ ਚਿਕਰ ਮੇਰੇ ਅੰਦਰ ਭਰਮ ਸੀ ਅਤੇ ਮੈਂ ਮਾਇਆ ਦੇ ਨਾਲ ਜੁੜਿਆ ਹੋਇਆ ਸੀ। ਦੂਜਾ ਕੀ ਹੈ? ਸੰਸਾਰ।
ਸੰਸਾਰ, ਦੂਜਾ ਸੰਸਾਰ ਭਰਮ, ਇਹ ਇੱਕ ਬੜਾ ਵੱਡਾ ਭਰਮ ਹੈ ਸੰਸਾਰ। ਸੋ ਜਿੰਨਾ ਚਿਕਰ ਮੇਰੇ ਅੰਦਰ ਇਹ ਦੂਜਾ ਭਰਮ ਭਾਵ ਸੰਸਾਰ ਸੀ ਤੇ ਤਿਚਰ ਮੈਂ ਜਾਣਿਆ ਪ੍ਰਭ ਦੂਰੇ, ਉਨਾ ਚਿਕਰ ਪ੍ਰਮਾਤਮਾ ਮੈਂ ਤੈਨੂੰ ਦੂਰ ਦੂਰ ਜਾਣਿਆ। ਜਲ ਕੇ ਜਦੋਂ ਬੰਦਾ ਇਹੋ ਜਿਹਾ ਭਰਮ ਕਰਦਾ ਨਾ, ਦੂਰੋਂ ਆਪ ਹੋ ਜਾਂਦਾ, ਰੱਬ ਨਹੀਂ ਦੂਰ ਹੁੰਦਾ ਹੈ। ਜਿਹੜਾ ਹਰ ਥਾਂ ਹਰ ਸਮੇਂ ਸਰਬ ਵਿਆਪਕ ਹੈ, ਉਹ ਨੇੜੇ ਕੀ ਤੇ ਦੂਰ ਕੀ। ਸੋ ਬੰਦੇ ਦਾ ਭਰਮ ਜਿਹੜਾ ਇਹ ਰੱਬ ਤੋਂ ਦੂਰ ਇਸ ਨੂੰ ਲੈ ਜਾਂਦਾ ਹੈ। ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ। ਸੋ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ਨਾ, ਸੋ ਜਦੋਂ ਪੂਰਾ ਸਤਿਗੁਰੂ ਮਿਲਿਆ ਤੇ ਆਸਾ ਮਨਸਾ ਸਾਰੀਆਂ ਪੂਰੀਆਂ ਹੋ ਗਈਆਂ। ਹੁਣ ਇੱਥੇ ਪ੍ਰਾਪਤੀ ਦੀ ਗੱਲ ਉਹ ਵੀ ਤਾਂ ਆਪਣੇ ਸਤਸੰਗੀ ਨੂੰ ਕਹਿਣੀ ਹੈ। ਜਦੋਂ ਪ੍ਰਾਪਤੀ ਨਹੀਂ ਸੀ ਉਦੋਂ ਵੀ ਸਤਸੰਗੀਆਂ ਦੇ ਨਾਲ ਗੱਲ, ਦੁੱਖ ਦੀ ਗੱਲ ਵੀ ਸੁੱਖ ਦੀ ਗੱਲ ਵੀ। ਅਮਾਲੀ ਸਤਸੰਗੀ, ਅਮਾਲੀ ਸੋ ਭਾਵ ਸਤਸੰਗੀ ਭੈਣ ਸਖੀ ਜਿਹੜੇ ਨਾਲ ਇਕੱਠੇ ਤੁਰੇ ਹੋਏ ਨੇ ਬੰਦਗੀ ਕਰਨੇ ਵਾਲੇ, ਉਹਨਾਂ ਦੀ ਗੱਲ ਹੈ। ਵੀ ਹੁਣ ਮਿਲ ਗਿਆ ਨਾ, ਜਦੋਂ ਹੀ ਪੂਰਾ ਸਤਿਗੁਰੂ ਮਿਲਿਆ ਤੇ ਮੇਰੀਆਂ ਆਸਾਂ ਮਨਸਾ ਸਾਰੀਆਂ ਪੂਰੀਆਂ ਹੋ ਗਈਆਂ। ਹੇ ਅਮਾਲੀ, ਹੇ ਮੇਰੇ ਸਤਸੰਗੀ ਜਨੋ, ਮੇਰੇ ਮਨ 'ਚ ਕਿਸੇ ਪ੍ਰਕਾਰ ਦੀ ਹੁਣ ਕੋਈ ਆਸ ਨਹੀਂ ਰਹਿ ਗਈ। ਕਹਿੰਦੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਿਆ ਭਰਪੂਰੇ। ਸਾਰਿਆਂ ਸੁੱਖਾਂ ਦਾ ਮੁੱਢ, ਸਾਰਿਆਂ ਸੁੱਖਾਂ ਦਾ ਦਾਤਾ, ਲੋਕ ਤੇ ਪਰਲੋਕ ਦੇ ਸੁੱਖਾਂ ਦਾ ਮੁੱਢ ਤੇ ਲੋਕ ਤੇ ਪਰਲੋਕ ਦੇ ਸੁੱਖ ਦੇਣੇ ਵਾਲਾ ਮੈਂ ਉਹ ਬਾਲਿਆ। ਹੇ ਅਮਾਲੀ, ਮੇਰੇ ਸਤਸੰਗੀ ਜਨੋ, ਹੁਣ ਮੈਨੂੰ ਇੰਝ ਲੱਗਦਾ ਜਿਹੜਾ ਪਤੀ ਪਰਮਾਤਮਾ ਪਰਮੇਸ਼ਰ ਜਿਸ ਨੂੰ ਮੈਂ ਦੂਰ ਜਾਣਦਾ ਸੀ, ਉਹ ਤਾਂ ਸਰਬ ਰਿਹਾ ਭਰਪੂਰ। ਉਹਦੀ ਹੋਂਦ ਤਾਂ ਸਾਰਿਆਂ ਦੇ ਵਿੱਚ ਹੈ ਤੇ ਫਿਰ ਉਹ ਸਾਰਿਆਂ ਨੂੰ ਭਰਦਾ ਪਿਆ, ਸਾਰਿਆਂ ਦੇ ਵਿੱਚ ਪੂਰਾ, ਉਹ ਕਿਸੇ ਵਿੱਚ ਅਧੂਰਾ ਨਹੀਂ ਹੈ। ਚਾਹੇ ਉਹ ਕੀੜੀ ਹੈ, ਚਾਹੇ ਉਹ ਹਾਥੀ ਹੈ, ਚਾਹੇ ਕੋਈ ਰੱਬ ਨੂੰ ਮੰਨਣੇ ਵਾਲਾ ਜਾਂ ਕੋਈ ਨਾਸਤਿਕ ਹੈ, ਤੇ ਪ੍ਰਮਾਤਮਾ ਜਿਹੜਾ ਨਾਸਤਿਕ ਵਿੱਚ ਵੀ ਪੂਰਾ ਹੈ ਜੀ। ਚਾਹੇ ਔਰਤ ਹੈ ਚਾਹੇ ਮਰਦ ਹੈ, ਰੱਬ ਦੋਨਾਂ ਦੇ ਵਿੱਚ ਹੀ ਪੂਰਾ ਹੈ ਜੀ। ਚਾਹੇ ਮੂਰਖ ਹੈ ਚਾਹੇ ਕੋਈ ਪੰਡਿਤ ਹੈ, ਦੋਨਾਂ ਦੇ ਵਿੱਚ ਰੱਬ ਪੂਰਾ ਬੈਠਾ ਜੀ। ਇਹ ਹੁਣ ਮੈਨੂੰ ਸੋਝੀ ਆ ਗਈ। ਤੇ ਬਸ ਜਿਹੜਾ ਇਹ ਸੋਝੀ ਪ੍ਰਾਪਤ ਕਰ ਜਾਂਦਾ ਹੈ, ਉਹਦੇ ਵਾਸਤੇ ਉਹ ਜਿੱਥੇ ਹੁੰਦਾ ਬੈਕੁੰਠੇ ਹੁੰਦਾ, ਉਹਦੇ ਵਾਸਤੇ ਬਚਨ ਨੇ ਜਾਈਏ ਤਾਂ ਸੁਹੇਲੇ ਕਰ ਕਿਰਪਾ ਹਰ ਮੇਲੇ। ਫਿਰ ਜਿੱਥੇ ਜਾਂਦਾ ਉੱਥੇ ਪ੍ਰਮਾਤਮਾ ਦੀ ਸਹਾਇਤਾ ਕਰਦਾ ਜੀ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਹੇ ਸਤਸੰਗੀ ਜਨੋ, ਹਰੀ ਦਾ ਜਿਹੜਾ ਆਪਣਾ ਰੰਗ ਹੈ, ਹਰੀ ਦਾ ਜਿਹੜਾ ਆਪਣਾ ਰੰਗ ਕੀ, ਆਨੰਦ, ਪ੍ਰੇਮ, ਪਿਆਰ, ਇਹ ਉਹਦਾ ਆਪਣਾ ਰੰਗ ਹੈ। ਤੇ ਜੇ ਭਾਈ ਤੂੰ ਵੀ ਉਸ ਦੇ ਆਪਣੇ ਰੰਗ ਨੂੰ, ਉਹਦੇ ਪ੍ਰੇਮ ਪਿਆਰ ਵਾਲੇ ਰੰਗ ਨੂੰ ਮੰਨਣਾ ਚਾਹੁੰਦਾ ਹੈ ਤੇ ਸਤਿਗੁਰੂ ਜੀ ਦੇ ਪੈਰੀਂ ਲੱਗਣਾ ਪੈਣਾ। ਸਤਿਗੁਰ ਕੇ ਲਗ ਪੈਰੇ। ਤੇ ਮੈਂ ਹੁਣ ਇਸ ਰੰਗ ਨੂੰ ਮਾਣ ਰਿਹਾ, ਪਰ ਕਿਵੇਂ ਮਾਣਿਆ, ਕਿੱਦਾਂ ਮਾਣਿਆ? ਕਹਿੰਦੇ ਭਾਈ ਸਤਿਗੁਰੂ ਜੀ ਦੇ ਪੈਰੀਂ ਲੱਗ ਕੇ। ਪੈਰੀਂ ਲੱਗਣ ਤੋਂ ਭਾਵ ਹੁੰਦਾ ਨਿਮਰਤਾ ਦੇ ਸਹਿਤ ਸਤਿਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਜਾਣ ਜਾਣਾ। ਜੋ ਸਤਿਗੁਰੂ ਨੇ ਕਹਿ ਦਿੱਤਾ, ਸਤ ਸਤ ਕਰਮਾਨੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਵੀ ਸਤਿਗੁਰੂ ਜੀ ਦੇ ਬਚਨਾਂ ਨੂੰ, ਗੁਰੂ ਕੇ ਸਿੱਖੋ ਨੂੰ ਸਤ ਸਤ ਕਰਕੇ ਜਾਣਿਆ ਕਰੋ। ਕਿਉਂਕਿ ਸਤਿਗੁਰੂ ਜੀ ਦੇ ਮੁਖ 'ਚ ਨਿਕਲਿਆ ਜਿਹੜਾ ਬਚਨ ਹੁੰਦਾ, ਕਰਤੇ ਪੁਰਖ ਨੇ ਆਪ ਕਢਾਇਆ ਹੁੰਦਾ। ਨਿਮਰਤਾ ਦੇ ਵਿੱਚ ਰਹਿ ਕੇ ਉਹ ਬਚਨ ਨੂੰ ਮੰਨਣਾ ਤੇ ਫਿਰ ਉਸ ਬਚਨ ਨੂੰ ਮਰ ਅਰਦਾਸ ਬੇਨਤੀ ਕਰਕੇ ਵੀ ਇਹ ਬਚਨ ਜਿਹੜਾ ਆ ਸੋ ਮੈਂ ਇਹਦੇ 'ਤੇ ਪੂਰਾ ਖਰਾ ਉਤਰ ਜਾਵਾਂ। ਸੋ ਇੰਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਿਰਪਾ ਰਹਿਮਤ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਖੇਰਾ। ਮਨ ਜਿਨੀ ਵਸਾਇਆ
ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲਾਂ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਬਸਿਆ ਵਾਜੇ ਸ਼ਬਦ ਖਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ। ਤੁਰ ਜਿਨ ਖੋਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੋਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਹਾਇ। ਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ। ਭਗਵਤੀ ਸਿਮਰਤਿ ਗੁਰੂ ਨਾਮ ਧਿਆਏ। ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ। ਅਰਜਨ ਹਰ ਗੁਰਮਤਿ ਨਾਮ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਉੱਚੇ ਸਭ ਤੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਮ ਗੁਰਾਂ ਵਿਖਾਏ। ਸਭ ਥਾਈ ਹੁਣ ਸਹਾਇ ਦਸਵੇਂ ਪਾਤਸ਼ਾਹ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੁਣ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ 40 ਮੁਕਤਿਆਂ 60 ਜਪੀਆਂ